ਇਹ ਚਾਰ ਸਾਹਿਬਜ਼ਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਅੱਜ 815 815 ਪੰਨੇ 'ਤੇ ਦੇਖੀਏ ਗੁਰੂ ਸਾਹਿਬ ਕੀ ਫਰਮਾ ਰਹੇ ਹਨ, ਕੀ ਸਾਨੂੰ ਸਮਝਾ ਰਹੇ ਹਨ। ਬਿਲਾਵਲ ਮਹੱਲਾ ਪੰਜਵੀਂ ਪਾਤਸ਼ਾਹੀ ਦਾ ਬਿਲਾਵਲ ਰਾਗ ਦੇ ਵਿੱਚ ਲਾਸਟ ਟਾਈਮ ਤੱਕ ਅਸੀਂ 55 ਨੰਬਰ ਸ਼ਬਦ ਪੜ੍ਹ ਚੁੱਕੇ ਸੀ। ਆਓ 56 ਨੰਬਰ ਸ਼ਬਦ ਪੜ੍ਹੀਏ। ਰਹਾਉ ਦੀ ਤੁਕ ਹੈ ਜੀ। ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰੱਖ ਲਈਏ। ਨਿੰਦਕ ਨਿੰਦਾ ਕਰ ਪਚੇ, ਜਮ ਕਾਲ ਗ੍ਰਸੀਏ। ਰਹਾਉ। हे ਪ੍ਰਭੂ, हे ਪਰਮਾਤਮਾ, ਮੇਰੇ ਉੱਤੇ ਕਿਰਪਾ ਕਰ ਔਰ ਮੈਨੂੰ ਜੋ ਤੇਰਾ ਦਾਸ ਹਾਂ ਇਸ ਨੂੰ ਪਰੇਸ਼ਾਨੀਆਂ ਤੋਂ, ਸਾਰੀਆਂ ਦੁਵਿਧਾ ਤੋਂ ਬਚਾ ਲੈ। ਨਿੰਦਕ ਨਿੰਦਾ ਕਰ ਪਚੇ, ਜਮ ਕਾਲ ਗ੍ਰਸੀਏ। ਮੈਂ ਤੇਰਾ ਦਾਸ ਹਾਂ। ਬਹੁਤ ਦੁਨੀਆ ਨਿੰਦਾ ਕਰਨ ਵਿੱਚ, ਮੇਰੇ ਅਗੇਂਸਟ ਬੋਲਣ ਵਿੱਚ ਫਸੀ ਹੋਈ ਹੈ, ਉਹੀ ਕਰੀ ਜਾ ਰਹੀ ਹੈ। ਉਹਨਾਂ ਨੂੰ ਜਮ ਨੇ ਪਕੜ ਕੇ ਰੱਖਿਆ ਹੋਇਆ ਹੈ। ਜਿਹੜੇ ਵੀ ਉਹ ਮੇਰੇ ਨਿੰਦਾ ਕਰ ਕਰਕੇ ਦੁਖੀ ਹੋ ਰਹੇ ਹਨ, ਉਹਨਾਂ ਨੂੰ ਜਮ ਨੇ ਪਕੜ ਕੇ ਰੱਖਿਆ ਹੋਇਆ ਹੈ। ਹਰ ਭਗਤਾਂ ਕਾ ਆਸਰਾ, ਅਨ ਨਾਹੀ ਠਾਓ। ਤਾਣ ਦੀਵਾਨ ਪਰਵਾਰ ਤਨ, ਪ੍ਰਭ ਤੇਰਾ ਨਾਉ। ਜਿਹੜੇ ਵੀ ਭਗਤ ਹਨ, ਜਿਹੜੇ ਵੀ ਪਰਮਾਤਮਾ ਨੂੰ ਯਾਦ ਕਰਦੇ ਹਨ, ਉਹਦੇ ਦਾਸ ਹਨ, ਉਹਨਾਂ ਨੂੰ ਸਿਰਫ ਤੇ ਸਿਰਫ ਤੇਰਾ ਹੀ ਆਸਰਾ ਹੈ। ਹੋਰ ਕੋਈ ਜਗ੍ਹਾ ਨਹੀਂ ਹੈ ਜਿਹਦੇ ਬਾਰੇ ਉਹ ਸੋਚਦੇ ਹਨ। ਉਹਨਾਂ ਦੇ ਵਾਸਤੇ ਤੇਰਾ ਨਾਮ ਹੀ ਸਾਰੀ ਤਾਕਤ, ਆਸਰਾ, ਉਹਨਾਂ ਦਾ ਪਰਿਵਾਰ ਔਰ ਧਨ ਮਾਇਆ, ਸਾਰਾ ਦਾ ਸਾਰਾ ਕੁਛ ਤੇਰਾ ਨਾਮ ਹੀ ਹੈ। ਸੰਤਾਂ ਏਕ ਧਿਆਵਨਾ, ਦੂਸਰ ਕੋ ਨਾਹੀ। ਏਕਸ ਆਗੇ ਬੇਨਤੀ, ਰਵਿਆ ਸਰਬ ਥਾਈ। ਗੁਰੂ ਜਿਹੜਾ ਹੈ ਉਹ ਸਿਰਫ ਇੱਕੋ ਪਰਮਾਤਮਾ ਨੂੰ ਹੀ ਯਾਦ ਕਰਦਾ ਹੈ, ਦੂਸਰੇ ਕਿਸੇ ਨੂੰ ਨਹੀਂ। ਏਕਸ ਆਗੇ ਬੇਨਤੀ, ਰਵਿਆ ਸਰਬ ਥਾਈ। ਉਹ ਸਿਰਫ ਤੇ ਸਿਰਫ ਉਸ ਇੱਕੋ ਪਰਮਾਤਮਾ ਦੇ ਅੱਗੇ ਹੀ ਬੇਨਤੀ ਕਰਦਾ ਹੈ, ਜਿਹੜਾ ਕਿ ਹਰ ਥਾਂ ਦੇ ਉੱਤੇ ਵਿਆਪਕ ਹੈ। ਹਰ ਥਾਂ ਦੇ ਉੱਤੇ ਉਹ ਆਪ ਪਹੁੰਚਿਆ ਹੋਇਆ ਹੈ। ਕਥਾ ਪੁਰਾਤਨ ਇਹੋ ਸੁਣੀ, ਭਗਤਨ ਕੀ ਬਾਣੀ। ਸਗਲ ਦੁਸ਼ਟ ਖੰਡ ਖੰਡ ਕੀਏ, ਜਨ ਲੀਏ ਮਾਨੀ। ਪੁਰਾਣੀਆਂ ਵੀ ਕਥਾ ਕਹਾਣੀਆਂ ਭਗਤਾਂ ਕੋਲੋਂ ਸੁਣੀਆਂ ਹੋਈਆਂ ਹਨ, ਉਹਨਾਂ ਦੀਆਂ ਜ਼ਬਾਨੀ ਸੁਣੀਆਂ ਹੋਈਆਂ ਹਨ ਕਿ ਜਿਹੜੇ ਵੀ ਭੈੜੇ ਮਨ ਵਾਲੇ, ਭੈੜੀ ਸੋਚ ਵਾਲੇ ਸਨ, ਉਹਨਾਂ ਨੂੰ ਪ੍ਰਭੂ ਪਰਮੇਸ਼ਵਰ ਨੇ ਟੁਕੜੇ ਟੁਕੜੇ ਕਰ ਦਿੱਤਾ ਔਰ ਜਿਹੜੇ ਉਸ ਦੇ ਭਗਤ ਸਨ ਉਹਨਾਂ ਨੂੰ ਬਚਾ ਲਿਆ। ਸਤ ਬਚਨ ਨਾਨਕ ਕਹੈ, ਪ੍ਰਗਟ ਸਭ ਮਾਹੀ। ਪ੍ਰਭ ਕੇ ਸੇਵਕ ਸਰਣ ਪ੍ਰਭ, ਤਿਨ ਕੋ ਪਉ ਨਾਹੀ। ਨਾਨਕ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਉਹ ਗੁਰੂ ਕਹਿੰਦਾ ਹੈ, ਮੈਂ ਉਸੇ ਹਿਸਾਬ ਦੇ ਨਾਲ ਹੀ ਉਹਦੀ ਗੱਲ ਨੂੰ ਮੰਨ ਕੇ ਚੱਲਦਾ ਹਾਂ ਕਿ ਪਰਮਾਤਮਾ ਹਰ ਥਾਂ ਦੇ ਉੱਤੇ ਆਪ ਵਿਆਪਕ ਹੈ। ਪਰਮਾਤਮਾ ਦੇ ਜਿਹੜੇ ਸੇਵਕ ਹਨ, ਦਾਸ ਹਨ, ਉਹ ਸਿਰਫ ਪ੍ਰਭੂ ਦੀ ਸ਼ਰਨ ਵਿੱਚ ਹੀ ਰਹਿੰਦੇ ਹਨ ਔਰ ਉਹਨਾਂ ਨੂੰ ਕਿਸੇ ਟਾਈਪ ਦਾ ਕੋਈ ਡਰ ਨਹੀਂ ਰਹਿੰਦਾ ਹੈ। ਨੈਕਸਟ ਸ਼ਬਦ ਹੈ ਜੀ। ਤੋ ਸਰਨਾਗਤ ਮਾਧਵੇ, ਪੂਰਨ ਦਇਆਲ। ਛੂਟ ਜਾਏ ਸੰਸਾਰ ਤੇ, ਰਾਖੈ ਗੋਪਾਲ। ਰਹਾਓ।
हे माया दे पति, हे सर्व व्यापक प्रभु, हे दयावान, मैं तेरी शरण दे विच ही आया हाँ। छूट जाए संसार ते राखै गोपाल। मैं इस सारे संसार नूं छड्ड के, सारे संसार दा मोह माया छड्ड के, हे सारी दीन दुनिया नूं पालण वाले प्रभु, तेरी रक्षा दे विच ही आया हाँ। बंधन काटै सो प्रभ, जाकै कल हाथ, अवर करम नहीं छूटिए, रख हर नाथ। ये प्रभु परमेश्वर जिहड़ा है, जिहदे हत्थ दे विच काल भी है, ਉਹੀ ਸਾਰਿਆਂ ਦੇ ਮੋਹ ਮਾਇਆ ਦੇ ਜਾਲ ਜਿਹੜੇ ਹੈ ਕੱਟ ਦਿੰਦਾ ਹੈ। ਉਹਨੂੰ ਯਾਦ ਕਰਨ ਦੇ ਨਾਲ ਹੀ, ਐਸੇ ਕੰਮ ਦੇ ਨਾਲ ਹੀ, ਉਹਨੂੰ ਸਿਮਰਨ ਦੇ ਨਾਲ ਹੀ ਅਸੀਂ ਆਪਣੇ ਮੋਹ ਮਾਇਆ ਦੇ ਬੰਧਨਾਂ ਤੋਂ ਛੁੱਟ ਸਕਦੇ ਹਾਂ। ਔਰ ਇਹ ਪਰਮਾਤਮਾ ਹੀ ਜਿਹੜਾ ਹੈ ਸਾਨੂੰ ਬਚਾ ਸਕਦਾ ਹੈ। ਆਸਾ ਪਰਮ ਵਿਕਾਰ ਮੋਹ, ਇਨ ਮਹਿ ਲੋਭਾਨਾ, झूठ समग्री मन वसी, पार ब्रह्म ना जाना। आसा परम विकार मोह, इनमें लोभाना, झूठ समग्री मन वसी, पार ब्रह्म ना जाना। जिहड़ी टैंपरेरी चीज़ां ने, मटीरियलिस्टिक चीज़ां ने, इन्हां दे विच असीं वहमां च पै के इन्हां दे उत्ते असीं आश रखनी चालू कर दिंदे हां। इन्हां उत्ते असीं टैंपरेरी प्यार रखना चालू कर दिंदे हाँ। इन्हां दे विच असीं जुड़ जाने हाँ, खुभ जाने हाँ। पर सारियां टैंपरेरी हन। ਇਹ ਅਸੀਂ गलत कर रहे हाँ कि असीं परमात्मा नूं याद करना भुल गए हाँ। परम जोत पूਰਨ पुरख सब जिय तुम्हारे, ज्यों तू राखो त्यों रहा, प्रभ अगम अपारे। हे प्रभु परमात्मा, तू तो बेअंत है, तू अपहुँच है, तेरे तक असीं पहुँच नहीं सकते हाँ। पर ये सारे दे सारे जीव जंत जिहड़े हन, हे प्रभु तेरे ही तैयार किए हुए हैं। और तू सब तो उच्ची चानण दा मुनारा है। तू जिद्दां रखदा है, मैं उदां ही रहिंदा हूँ। मैं कोई किंतु परंतु नहीं करदा। करण कारण समर्थ प्रभु, देह अपना नाओ, नानक तरिए साध संग, हर हर गुण गाओ। हे प्रभु, हे परमात्मा, तू सब कुछ करण करावन दे लई पूरा समर्थ है, पूरा कैपेबल है। मैनू तू अपना नाम दे, अपना नाम दे। नानक कह रहे हैं कि गुरु दे नाल जुड़ के, गुरु दी संगत दे नाल जुड़ के हरि दे हमेशा गुण गाते रहो, तां तुसीं इस संसार समुंदर तो पार निकल जाओगे। हुण असीं देख रहे हैं कि गुरु साहब सानू हर टाइम दे उत्ते नाम दे वास्ते ही, नाम दे नाल ही जुड़न दा कह रहे हैं कि प्रभु दे नाम दे नाल जुड़ो, उसकी गुण गाओ। इहो ही काम है सब तो जरूरी। हर थां ते रैपीटिशन और रैपीटिशन है। रैपीटिशन बहुत इंपॉर्टेंट है, क्योंकि मोह माया दा जाल इन्ना स्ट्रोंग है। नैगेटिविटीज़ साडे मन नूं सब तो ज़्यादा जल्दी पकड़ लैंदियां हन। पॉजिटिविटीज़ नूं तुसीं पकड़ना हुंदा है। नैगेटिविटीज़ तुहानूं आके पकड़ लैंदियां हन और पॉजिटिविटीज़ नूं असीं पकड़ना हुंदा है। ये फर्क है। सो नैगेटिविटीज़ इन्नियां होण करके असीं जदों तक इन्हां चीज़ां नूं रिपीट नहीं करते रहांगे, रोज़ सोचते समझते नहीं रहांगे, तो असीं नैगेटिविटी विच फस जावांगे और उत्थों नहीं निकल पावांगे। सो इस करके गुरु साहब हर थां ते हर रोज़ असीं जदों भी पढ़दे आ गुरु ग्रंथ साहब विच दित्ती हुई बाणी नूं, सानू गुरु साहब कोई ना कोई नाम नूं
ਦੇ ਨਾਲ ਜੁੜਨ ਦੀ ਗੱਲ ਹਰ ਟਾਈਮ 'ਤੇ ਦੱਸ ਰਹੇ ਹਨ, ਰਿਪੀਟ ਕਰ ਰਹੇ ਹਨ, ਤਾਂ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਸਮਝ ਜਾਈਏ ਔਰ ਕਿਸੇ ਤਰੀਕੇ ਨਾਲ ਠੀਕ ਰਸਤੇ 'ਤੇ ਆ ਜਾਈਏ। ਇਸੇ ਕਰਕੇ ਹੀ ਸਾਨੂੰ 5 ਬਾਣੀਆਂ ਰੋਜ਼ ਪੜ੍ਹਨ ਲਈ ਕਿਹਾ ਗਿਆ ਹੈ, ਤਾਂ ਕਿ ਅਸੀਂ 5 ਬਾਣੀਆਂ ਪੜ੍ਹੀਏ ਔਰ ਪੜ੍ਹ ਕੇ ਰੋਜ਼ ਸਮਝਦੇ ਰਹੀਏ ਉਹਨਾਂ ਨੂੰ। ਔਰ ਜਿਹੜੇ ਅਸੀਂ ਪਿਛਲੇ ਉਹ ਬਾਣੀਆਂ ਕਰਨ ਤੋਂ ਬਾਅਦ ਜਾਂ ਕਰਨ ਵੇਲੇ ਵੀ ਜਾਂ ਕਰਨ ਤੋਂ ਪਹਿਲੇ ਜੋ ਅਸੀਂ ਪਾਪ ਮਨ ਦੇ ਵਿੱਚ ਲੈ ਆਉਂਦੇ ਹਨ, ਉਹ ਬਾਣੀਆਂ ਧੋ ਦਿੰਦੀਆਂ ਹਨ। ਜਿੱਦਾਂ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਹੀ ਕਿਹਾ ਹੋਇਆ ਹੈ ਕਿ ਜਿਹੜੇ ਅਸੀਂ ਮਨ ਵਿੱਚ ਪਾਪ ਲੈ ਆਉਂਦੇ ਹਾਂ, ਇਹਨੂੰ ਧੋਣ ਦਾ ਤਰੀਕਾ ਸਿਰਫ ਅਤੇ ਸਿਰਫ ਨਾਮ ਹੀ ਹੈ। ਸੋ ਇਸ ਕਰਕੇ ਸਾਡੇ ਇੱਥੇ ਰਿਪੀਟ ਹੋ ਰਹੀਆਂ ਹਨ ਔਰ ਸਾਨੂੰ ਰੋਜ਼ ਸੁਣਨੀਆਂ ਚਾਹੀਦੀਆਂ ਹਨ, ਸਮਝਣੀਆਂ ਚਾਹੀਦੀਆਂ ਹਨ, ਤਾਂ ਹੀ ਉਸ ਨੂੰ ਅਸੀਂ ਹਿਰਦੇ 'ਚ ਲਗਾ ਸਕਾਂਗੇ। ਆਓ ਇਸ ਤੋਂ ਨੈਕਸਟ ਸ਼ਬਦ ਪੜ੍ਹੀਏ ਜੀ। 58 ਨੰਬਰ ਸ਼ਬਦ ਹੈ, ਇਹਦੀ ਰਹਾਉ ਦੀ ਤੁਕ ਹੈ ਜੀ। ਮਨ ਖੁਟਹਰ ਤੇਰਾ ਨਹੀਂ, ਮਨ ਖੁਟਹਰ ਤੇਰਾ ਨਹੀਂ ਬਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੇਖਰ ਤੋ ਛੁਟੇ, ਜੋ ਉੱਪਰ ਲਾਦਾ ਰਹਾਓ। ਇੱਥੇ ਗੁਰੂ ਸਾਹਿਬ ਸਾਡੇ ਮਨ ਨੂੰ ਖੋਤੇ ਦੇ ਨਾਲ ਕੰਪੇਅਰ ਕਰ ਰਹੇ ਹਨ। ਖਰ ਖੋਤਾ, ਕਾ ਪੈਖਰ ਉਹਦੇ ਪੈਰਾਂ ਨੂੰ ਦੋਵਾਂ ਨੂੰ ਬੰਨ੍ਹ ਕੇ ਕੁੰਡੇ ਨਾਲ ਬੰਨ੍ਹਿਆ ਹੁੰਦਾ, ਜਿਹੜੀ ਰੱਸੀ ਨਾਲ ਬੰਨ੍ਹਿਆ ਹੁੰਦਾ ਹੈ, ਉਸ ਨੂੰ ਪੈਖਰ ਕਹਿੰਦੇ ਨੇ। ਉਸ ਰੱਸੀ ਨੂੰ ਦੋਨੋਂ ਪੈਰ ਇਸ ਲਈ ਬੰਨ੍ਹੇ ਹੁੰਦੇ ਹਨ ਕਿ ਜੇ ਦੋਨੋਂ ਪੈਰ ਨਹੀਂ ਮਾਰੋ, ਨਹੀਂ ਬੰਨੋ, ਤਾਂ ਖੋਤਾ ਪਿਛਲੇ ਪੈਰ ਚੁੱਕ ਕੇ ਜ਼ੋਰ ਦੀ ਪਿੱਛੇ ਛਟਕਦਾ ਹੈ ਅਤੇ ਉਹ ਦੁਲੱਤੀ ਐਸੀ ਵੱਜਦੀ ਹੈ ਕਿ ਤੁਹਾਡੀਆਂ ਹੱਡੀਆਂ ਟੁੱਟ ਜਾਂਦੀਆਂ। ਸੋ ਖੋਤੇ ਦੇ ਉੱਤੇ, ਖੋਤੇ ਦਾ ਜਿਹੜਾ ਪੈਖਰ ਪਿੱਛੇ ਰੱਸੀ ਹੈ, ਉਹ ਉਦੋਂ ਛੱਡੀ ਜਾਂਦੀ ਹੈ, ਉਦੋਂ ਖੋਲ੍ਹੀ ਜਾਂਦੀ ਹੈ ਜਦੋਂ ਉਸ ਦੇ ਉੱਤੇ ਭਾਰ ਲੱਦ ਦਿੱਤਾ ਜਾਂਦਾ ਹੈ। ਜਦੋਂ ਉਹਦੇ ਉੱਤੇ ਭਾਰ ਲੱਦ ਦਿੰਦੇ ਹੋ ਤਾਂ ਉਸ ਤੋਂ ਬਾਅਦ ਖੋਤੇ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ ਹੈ ਕਿ ਉਹ ਪੈਰਾਂ ਨੂੰ ਚੁੱਕ ਕੇ ਪਿਛਲੀਆਂ ਲੱਤਾਂ ਤੁਹਾਨੂੰ ਮਾਰ ਸਕੇ। ਸੋ ਇਹ ਤਰੀਕਾ ਹੈ ਖੋਤੇ ਕੋਲੋਂ ਕੰਮ ਕਰਾਉਣ ਦਾ, ਨਹੀਂ ਤਾਂ ਉਹ ਆਪਣੀ ਦੁਲੱਤੀਆਂ ਹੀ ਮਾਰਦਾ ਰਹਿੰਦਾ ਹੈ। ਇੰਝ ਹੀ ਮਨ ਵੀ ਸਾਡਾ ਜਿਹੜਾ ਹੈ ਸਾਨੂੰ ਦੁਲੱਤੀਆਂ ਮਾਰਦਾ ਹੈ। ਸੋ ਮਨ ਨੂੰ ਹੀ ਅਸੀਂ ਆਪਣੇ ਕੰਟਰੋਲ 'ਚ ਬੜੀ ਸੋਚ ਸਮਝ ਦੇ ਨਾਲ ਕਰਨਾ ਹੈ। ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਜਿਹੜੀ ਹੈ ਮਨ ਨੂੰ ਕੰਟਰੋਲ ਵਾਸਤੇ ਹੀ ਕਰਨ ਲਈ ਦੱਸੀ ਹੈ ਕਿ ਮਨ ਨੂੰ ਤੂੰ ਕੰਟਰੋਲ ਕਰ। ਮਨ ਨੂੰ ਅਸੀਂ ਹੀ ਕੰਟਰੋਲ ਕਰਨਾ ਹੈ, ਭਾਵੇਂ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ, ਪਰ ਫਿਰ ਵੀ ਮਨ ਨੂੰ ਕੰਟਰੋਲ ਅਸੀਂ ਹੀ ਕਰਨਾ ਹੈ। ਅਸੀਂ 2-4 ਨੰਬਰ ਤੱਕ ਦੀ ਮਿਹਨਤ ਕਰਾਂਗੇ ਅਤੇ ਆਪਣੇ ਆਪ ਬਾਕੀ 96 ਜਾਂ 98 ਨੰਬਰ ਤੱਕ ਆਪਣੇ ਆਪ ਪ੍ਰਭੂ ਪਰਮੇਸ਼ਵਰ ਹੈਲਪ ਕਰ ਦਿੰਦਾ ਹੈ। ਪਰ ਅਸੀਂ ਉਹ ਮਿਹਨਤ ਜ਼ਰੂਰ ਕਰਨੀ ਹੈ, ਮਨ ਨੂੰ ਕੰਟਰੋਲ ਕਰਨ ਦੀ। ਮਨ ਖੁਟਹਰ ਤੇਰਾ, ਮਨ ਖੁਟਹਰ ਤੇਰਾ ਨਹੀਂ ਬਿਸਾਸ, ਤੂੰ ਮਹਾ ਉਦਮਾਦਾ। ਤੇਰਾ ਮਨ ਜਿਹੜਾ ਹੈ ਬੜਾ ਖੋਟਾ ਹੈ, ਬੜਾ ਖਰਾਬ ਹੈ, ਬੜਾ ਢੀਠ ਹੈ, ਬੜਾ ਮਨ ਚਲਾ ਹੈ, ਆਪਣੇ ਮਨ ਦੇ ਪਿੱਛੇ ਹੀ ਤੁਹਾਨੂੰ ਭਜਾ ਦਿੰਦਾ ਹੈ। ਨਹੀਂ ਵਿਸ਼ਵਾਸ, ਤੇਰੇ ਉੱਤੇ ਕੋਈ ਵਿਸ਼ਵਾਸ ਨਹੀਂ ਹੈ, ਤੇਰੇ ਉੱਤੇ ਕੋਈ ਇਤਬਾਰ ਨਹੀਂ। ਤੂੰ ਮਹਾ ਉਦਮਾਦਾ, ਤੂੰ ਬਹੁਤ ਜ਼ਿਆਦਾ ਮਸਤ ਹੋਇਆ ਹੈ, ਤੂੰ ਗੱਲ ਨਹੀਂ ਸੁਣਦਾ ਹੈ, ਗੱਲ ਨਹੀਂ ਸਮਝਦਾ ਹੈ। ਖਰ ਕਾ ਪੈਖਰ ਥੋ ਛੁਟੇ, ਜੋ ਉੱਪਰ ਲਾਦਾ। ਤੇਰਾ ਮਨ ਤੇ ਖੋਤੇ ਵਰਗਾ ਹੈ, ਜਿਹਦੇ ਉੱਤੇ ਜਦੋਂ ਤੱਕ ਭਾਰ ਨਹੀਂ ਪਾ ਦਿਓ ਉਸ ਦੇ ਪਿਛਲੇ ਪੈਰਾਂ ਦੀ ਰੱਸੀ ਨਹੀਂ ਖੋਲ੍ਹਣੀ ਹੁੰਦੀ ਹੈ, ਕਿਉਂਕਿ ਨਹੀਂ ਤਾਂ ਦੁਲੱਤੀ ਮਾਰੇਗਾ, ਨੁਕਸਾਨ ਕਰ ਦੇਗਾ। ਸੋ ਮਨ ਨੂੰ ਕੰਟਰੋਲ ਕਰਨਾ ਗੁਰੂ ਸਾਹਿਬ ਦੱਸ ਰਹੇ ਹਨ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕਵਨ ਕਵਨ ਨਹੀਂ ਪਰਤਿਆ ਤੁਮਰੀ ਪ੍ਰਤੀਤ, ਮਹਾਮੋਹਨੀ ਮੋਹਿਆ ਨਰਕ ਕੀ ਰੀਤ।
ਕਿਹੜੇ ਕਿਹੜੇ ਬੰਦੇ ਨੇ तेरे तो धोखा नहीं खादा है। हे मन, तेरे तो किहड़े किहड़े बंदे ने तेरे तो धोखा नहीं खादा है, तेरा तो बिल्कुल इतबार ही नहीं किया जा सकता है। महामोहिनी मोहिया नरक की रीत। महामोहिनी इत्थे एक किस्म की माया पैसे की गल की जा रही है कि वो सब तो वड्डी आदमी नूं मोहन वाली, अपने वाल खिंच लैण वाली सिर्फ तो सिर्फ पैसा ही है, जिहदे वाल सब तो ज़्यादा आदमी खिंचिया जाता है। और जदों उहदे वालों खिंचिया जाता है तो नरकां वाल, मतलब सारे दुखां वाली साइड दे उत्ते ही चल पैंदा है। साडे गुरु साहब के हिसाब नाल किधरे कोई बाहर नरक और स्वर्ग नहीं बने हुए हैं। नरक और स्वर्ग साडी जिंदगी विच ही सानूं मिल रहे हुंदे हैं। असीं साडे रोज़ दे सोचण, कर्म करन, मन की इच्छावां, उन्हां दे बेस उत्ते ही असीं नरक और स्वर्ग विच अपनी जिंदगी दे विच ही चल रहे होंदे। जदों तुसीं नाम जपदे हो, चंगे काम करदे हो, तां तुहाडा मन जिहड़ा है सुखी हो जाता है, वो स्वर्ग है तुहाडे लई। और जदों तुसीं घटिया काम करदे हो, पैसे दे पिछे दौड़दे रहिंदे हो, वो तुहाडे हिरदे दे वास्ते नरक दा काम करदा है। सो नरक स्वर्ग सारा इत्थे ही है। महामोहिनी हुण यह सिर्फ पैसे की गल की जा रही है, जिहड़ा कि हिंदुस्तान दे विच लक्ष्मी कहंदे हन। लक्ष्मी जी की हिंदू लोग पूजा करते हैं। सिर्फ वर्ल्ड दे विच जित्थों तक मैनू नॉलेज है, सिर्फ इहो ही साडे हिंदुस्तान दे विच ही लक्ष्मी की पूजा, उन्होंने एक गॉड या गॉडेस मन्निया जाता है और उसकी पूजा की जाती है कि साडे कोल आ जा। और जिहदे कोल सब तो ज़्यादा लक्ष्मी आ जाती है, वो समझा जाता है कि यह बड़ा पवित्र आदमी है कि इहदे कोल इन्नी लक्ष्मी आ गई है। पर गुरु साहब ने सानू सच दसिया, इस झूठ तो परे हटाया कि लक्ष्मी आ जाण दा मतलब यह नहीं कि प्रभु परमेश्वर की तुहाडे उत्ते किरपा है। लक्ष्मी ते तुसीं लक्ष्मी लोचदे हो, मंगदे हो, तो तुहानूं प्रभु परमेश्वर लक्ष्मी भी दे दिंदा है कि लै तैनूं लक्ष्मी चाहिए तो लक्ष्मी ले लै। पर वो गुरु साहब ने सानूं समझाया होया है कि वो कूड़े दे बराबर है, टैंपरेरी है। उसनूं तुसीं उहदे मूँह विच पै के तुसीं दुखी ही होवोगे। सो देखो, साडा गुरु नानक साहब की सोच है जिहड़ी, वो हिंदू मत धर्म नहीं कहांगा क्योंकि वो एक वे ऑफ लिविंग है। हिंदू मत की सोच तो बिल्कुल डिफरेंट है। वो कोई साडा आपस विच मेल ही नहीं है दोहां दा आपस विच। नैक्सट जी, रहाव तो बाद दी तुक है। जब तब संजम तुम खंडे, जम के दुख डांड, सिमरह नाही जोन दुख निर्लज्जे पांड। जब तब संजम तुम खंडे, जम के दुख डांड, सिमरह नाही जोन दुख निर्लज्जे पांड। हे बिशर्म पांड, हे बिशर्म जीव स्त्रिये, तू बिल्कुल ही उस परमात्मा नूं जिन्हें तैनूं बनाया है उन्हों नहीं याद करता है। तू जोनियां दे विच जीवन मरण दे दुख विच पिया रहिंदा है। तू ते जप तप और संजम जड़े हन, इन्हां नूं भी तू परे कर दिता है। इन्हां नूं भी तू अपने नाल नहीं जोड़िया है। तैनूं हर टाइम दे उत्ते आत्मक मौत का दुख जिहड़ा है वो हर टाइम उत्ते मिलता रहता है। हर संग सहाई महामीत, तिस्यो तेरा भेद, बीधा पंच बटवारई, उपजो महाखेद। हर संग सहाई महामीत, तिस्यो तेरा भेद। हरि परमात्मा जिहड़ा सारियां दे नाल, सारियां दा मित्र है, सारियां दी सहायता करता है,
ਸਾਰਿਆਂ ਦਾ ਸਭ ਤੋਂ ਵੱਡਾ ਮਿੱਤਰ ਉਹ ਹੀ ਹੈ। ਉਹਦੇ ਨਾਲ ਹੀ ਤੂੰ ਫਰਕ ਪਾਇਆ ਹੋਇਆ ਹੈ, ਉਹਦੇ ਨਾਲ ਹੀ ਤੂੰ ਦੂਰੀ ਰੱਖੀ ਹੋਈ ਹੈ। ਬੀਧਾ ਪੰਚ ਪਟਵਾਰੀਆਂ ਉਪਜਿਓ ਮਹਾਖੇਦ। ਤੈਨੂੰ ਜਿਹੜੇ ਤੇਰੇ 5 ਗਿਆਨ ਇੰਦਰੇ ਨੇ, ਜਿਹੜੇ ਤੇਰੇ ਨੂੰ ਬਹੁਤ ਪਰੇਸ਼ਾਨ ਕਰ ਸਕਦੇ ਹਨ, ਉਹਨਾਂ ਨੇ ਤੈਨੂੰ ਫਸਾਇਆ ਹੋਇਆ ਹੈ, ਉਹਨਾਂ ਨੇ ਤੈਨੂੰ ਕੰਟਰੋਲ ਕੀਤਾ ਹੋਇਆ ਹੈ। ਔਰ ਤੇਰੇ ਅੰਦਰ ਅੱਤ ਦਰਜੇ ਦਾ ਦੁੱਖ ਜਿਹੜਾ ਹੈ, ਕਈ ਕਿਸਮ ਦਾ ਤੂੰ ਸਹੇੜਿਆ ਹੋਇਆ ਹੈ। ਨਾਨਕ ਤੇ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ, ਤਨ ਤਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ। ਨਾਨਕ ਤਿਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ। ਨਾਨਕ ਕਹਿ ਰਹੇ ਹਨ ਕਿ ਉਸ ਗੁਰੂ ਦੇ, ਉਸ ਸੰਤ ਦੇ ਸ਼ਰਨ ਵਿੱਚ ਰਹਿ, ਜਿਹਨੇ ਤੇਰੇ ਮਨ ਨੂੰ ਵਸ ਕਰਨ ਦਾ ਤਰੀਕਾ ਦੱਸਿਆ ਹੈ ਔਰ ਤੇਰਾ ਮਨ ਉਹਨੇ ਵਸ ਕਰ ਦਿੱਤਾ ਹੈ। ਉਸ ਕੋਲੋਂ ਆਪਣਾ ਤਨ ਔਰ ਸਭ ਕੁਛ ਉਸਨੂੰ ਵਾਰ ਦੇ, ਕਿਉਂਕਿ ਉਸੇ ਨੇ ਹੀ ਤੈਨੂੰ ਪ੍ਰਭੂ ਦੇ ਨਾਲ ਮਿਲਾਪ ਕਰਵਾਇਆ ਹੈ। ਬਿਲਾਵਲ ਮਹੱਲਾ ਪੰਜਵਾਂ। ਨੈਕਸਟ ਸ਼ਬਦ ਹੈ ਜੀ, ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾਂ, ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾਂ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾਂ। ਮੈਂ ਗੁਰੂ ਦੇ ਸੋਹਣੇ ਕੋਲ ਫੁੱਲਾਂ ਵਰਗੇ ਜਿਹੜੇ ਚਰਨ ਹਨ, ਉਹ ਹਰ ਟਾਈਮ 'ਤੇ ਜਪਦਾ ਰਹਿੰਦਾ ਹਾਂ। ਮਤਲਬ ਕਿ ਮੈਂ ਉਹਦੀ ਹਰ ਗੱਲ ਨੂੰ ਮੰਨ ਕੇ ਉਹਦੇ ਉੱਤੇ ਚੱਲਦਾ ਰਹਿੰਦਾ ਹਾਂ, ਔਰ ਉਹਦੇ ਥਰੂ ਮੈਂ ਹਰੀ ਦਾ ਵੀ ਸਿਮਰਨ ਹਰ ਟਾਈਮ 'ਤੇ ਕਰਦਾ ਰਹਿੰਦਾ ਹਾਂ। ਅਤੇ ਉਹੀ ਹੈ ਜਿਹਦੇ ਕਰਕੇ ਮੈਂ ਆਤਮਿਕ ਜੀਵਨ ਵਧੀਆ ਵਿੱਚ ਚੱਲ ਰਿਹਾ ਹਾਂ। ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾਂ। ਮੈਂ ਉਸ ਪਰਮਾਤਮਾ ਨੂੰ ਹਰ ਟਾਈਮ 'ਤੇ ਸਿਮਰਦੇ ਹੋਏ ਔਰ ਆਪਣੇ ਮੂੰਹ ਦੇ ਨਾਲ ਉਸ ਦਾ ਅੰਮ੍ਰਿਤ ਵਰਗਾ ਮਿੱਠਾ ਜਲ ਹਮੇਸ਼ਾ ਪੀਂਦਾ ਰਹਿੰਦਾ ਹਾਂ। ਇਹ ਰਹਾਉ ਦੀ ਤੁਕ ਸੀ ਜੀ। ਇਸ ਤੋਂ ਪਹਿਲੇ ਹੈ, ਉਦਮ ਕਰਤ ਆਨੰਦ ਪਿਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਮੈਂ ਉਦਮ ਕਰਕੇ ਉਹ ਜਿਹੜਾ ਸੁੱਖਾਂ ਦਾ ਸਾਗਰ ਹੈ, ਸੁੱਖਾਂ ਦਾ ਸੋਮਾ ਹੈ ਜਿਹੜਾ, ਉਸ ਨੂੰ ਸਾਰੇ ਟਾਈਮ 'ਤੇ ਯਾਦ ਕਰਦਾ ਰਹਿੰਦਾ ਹਾਂ। ਔਰ ਮੇਰੇ ਹਿਰਦੇ ਦੇ ਵਿੱਚ ਆਨੰਦ ਖੇੜਾ ਹੀ ਖੇੜਾ ਆ ਗਿਆ ਹੈ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਮੈਂ ਹਰ ਟਾਈਮ ਦੇ ਉਸ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ ਔਰ ਉਸ ਦਾ ਹੀ ਹਰ ਟਾਈਮ ਉੱਤੇ ਵਿਚਾਰ ਕਰਦਾ ਰਹਿੰਦਾ ਹਾਂ। ਜੀਅ ਜੰਤ ਸਭ ਸੁਖ ਬਸੇ, ਸਭ ਕੈ ਮਨ ਲੋਚ, ਪਰ ਉਪਕਾਰ ਨਿਤ ਚਿਤਵਤੇ, ਨਾਹੀ ਕੁਛ ਪੋਚ, ਨਾਹੀ ਕਛ ਪੋਚ। ਜੀਅ ਜੰਤ ਸਭ ਸੁਖ ਬਸੇ, ਸਭ ਕੇ ਮਨ ਲੋਚ। ਉਸ ਪਰਮਾਤਮਾ ਦੇ ਕ੍ਰੀਏਟ ਹੋਏ ਕੀਤੇ ਹੋਏ ਜਿੰਨੇ ਵੀ ਜੀਅ ਜੰਤ ਹਨ, ਉਹ ਹਰ ਟਾਈਮ 'ਤੇ ਉਸੇ ਪਰਮਾਤਮਾ ਦੀ ਹੀ ਮਿਲਣ ਦੀ, ਮਿਲਾਪ ਦੀ, ਪਿਆਰ ਦੀ ਇੱਛਾ ਉਹਨਾਂ ਦੇ ਮਨ ਵਿੱਚ ਚੱਲਦੀ ਰਹਿੰਦੀ ਹੈ ਔਰ ਉਹਨਾਂ ਦੇ ਹਿਰਦੇ ਵਿੱਚ ਸੁੱਖ ਵਸਦਾ ਰਹਿੰਦਾ ਹੈ। ਉਹ ਹਰ ਟਾਈਮ ਉੱਤੇ ਉਸੇ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ ਔਰ ਹਰ ਟਾਈਮ ਉੱਤੇ ਉਹ ਦੀਨ ਦੁਨੀਆ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਅਤੇ ਉਹਨਾਂ ਦੇ ਪਾਪ ਜੋ ਹਨ ਸਾਰੇ ਖਤਮ ਹੋ ਜਾਂਦੇ ਹਨ। ਤਨ ਸੋ ਥਾਨ ਬਸੰਤ, ਤਨ ਜਹ ਜਪੀਏ ਨਾਮ, ਕਥਾ ਕੀਰਤਨ ਹਰ ਅਤ ਕਨਾ, ਸੁਖ ਸਹਿਜ ਬਿਸਰਾਮ। ਤਨ ਸੋ ਥਾਨ ਬਸੰਤ। ਬਸੰਤ ਰਿਤੂ ਜਦੋਂ ਹਰ ਇੱਕ ਚੀਜ਼ ਹਰਿਆਵਲੀ 'ਚ ਆ ਜਾਂਦੀ ਹੈ, ਸਾਰੇ ਪੱਤੇ ਵਧੀਆ ਨਵੇਂ, ਸਾਰੀ ਚੀਜ਼ ਗ੍ਰੀਨਰੀ ਜ਼ਿਆਦਾ ਹੋ ਜਾਂਦੀ ਹੈ। ਬਸੰਤ ਦੇ ਨਾਲ, ਰਿਤੂ ਦੇ ਨਾਲ ਇਹਨੂੰ ਕੰਪੇਅਰ ਕੀਤਾ ਹੈ। ਤਨ ਸੋ ਥਾਨ ਬਸੰਤ, ਤਨ ਜਹ ਜਪੀਏ ਨਾਮ। ਜਿਹੜਾ
ਪ੍ਰਭੂ ਪਰਮੇਸ਼ਵਰ ਦਾ ਨਾਮ ਜਪਦਾ ਹੈ, ਸਿਮਰਦਾ ਹੈ, ਉਸ ਦਾ ਹਿਰਦਾ ਜਿਹੜਾ ਹੈ ਬਸੰਤ ਵਾਂਗੂ ਖਿੜ ਜਾਂਦਾ ਹੈ। ਉਹ ਵਡਿਆਈ ਯੋਗ ਹੈ। ਕਥਾ ਕੀਰਤਨ ਹਰ ਅਤ ਕਨਾ ਸੁਖ ਸਹਿਜ ਵਿਸਰਾਮ। ਉਹ ਹਰ ਟਾਈਮ ਉੱਤੇ ਪ੍ਰਭੂ ਪਰਮੇਸ਼ਵਰ ਦੀ ਹੀ ਕਥਾ ਕਰਦੇ ਹਨ, ਉਸ ਦਾ ਹੀ ਕੀਰਤਨ ਕਰਦੇ ਹਨ, ਔਰ ਇਹ ਸਭ ਕੁਝ ਕਰਨ ਦੇ ਨਾਲ ਉਸ ਨੂੰ ਬੇਅੰਤ ਹੀ ਉਸ ਦੇ ਹਿਰਦੇ ਵਿੱਚ ਸੁਖ, ਆਤਮਿਕ ਅਡੋਲਤਾ ਔਰ ਉਸ ਦਾ ਹਿਰਦਾ ਜਿਹੜਾ ਹੈ ਆਤਮਿਕ ਅਡੋਲਤਾ ਦਾ ਟਿਕਾਣਾ ਬਣ ਜਾਂਦਾ ਹੈ। ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕੁਛ ਹਾਥ। ਨਾਨਕ ਕਹਿ ਰਹੇ ਹਨ, ਉਸ ਪ੍ਰਭੂ ਦੀ ਸ਼ਰਨ ਵਿੱਚ ਮੈਂ ਆ ਗਿਆ ਹਾਂ, ਜਿਹਦੇ ਹੱਥ ਵਿੱਚ ਸਭ ਕੁਛ ਕਰਨ ਕਰਾਉਣ ਵਾਲਾ ਉਹਦੇ ਹੱਥ ਵਿੱਚ ਹੀ ਹੈ, ਔਰ ਮੈਂ ਆਪਣੇ ਮਨ ਤੋਂ ਕਦੇ ਵੀ ਉਸ ਨੂੰ ਭੁਲਾਉਂਦਾ ਨਹੀਂ ਹਾਂ, ਕਿਉਂਕਿ ਉਹ ਅਨਾਥ ਜਿਹੜੇ ਹਨ ਉਹਨਾਂ ਦਾ ਵੀ ਪਾਲਣਹਾਰ ਉਹ ਹੀ ਹੈ, ਸਾਰਿਆਂ ਦਾ ਪਾਲਣਹਾਰ ਉਹ ਹੀ ਹੈ। ਇਹ 59 ਸ਼ਬਦ 59ਵਾਂ ਸ਼ਬਦ ਕਰ ਲਿਆ ਜੀ। ਹੁਣ 60 ਨੰਬਰ ਸ਼ਬਦ ਕਰਨ ਜਾ ਰਹੇ ਹਾਂ ਜੀ। ਬਿਲਾਵਲ ਮਹੱਲਾ ਪੰਜਵਾਂ। ਜੀਵਤਿਆਂ ਅਥਵਾ ਮੂਇਆਂ ਕਿਛ ਕਾਮ ਨ ਆਵੈ, ਜਿਨ ਇਹ ਰਚਨ ਰਚਾਇਆ ਕਉ ਤਿਸਿਓ ਰੰਗ ਲਾਵੈ। ਜਿਨ ਇਹ ਰਚਨ ਰਚਾਇਆ ਕਉ ਤਿਸਿਓ ਰੰਗ ਲਾਵੈ। ਇਹ ਜਿਹੜਾ ਦੀਨ ਦੁਨੀਆ ਹੈ ਜਿਸ ਨੇ ਬਣਾਈ ਹੈ, ਉਸ ਦੇ ਰੰਗ ਦੇ ਵਿੱਚ ਕੋਈ ਵਿਰਲਾ ਹੀ ਜਿਹੜਾ ਹੈ ਉਸ ਦੇ ਵਿੱਚ ਰੰਗ ਵਿੱਚ ਰੰਗਿਆ ਜਾਂਦਾ ਹੈ, ਉਸ ਦੇ ਨਾਲ ਚੱਲ ਪੈਂਦਾ ਹੈ, ਉਸ ਨੂੰ ਦੇ ਨਾਲ ਜੁੜ ਜਾਂਦਾ ਹੈ, ਉਸ ਨਾਲ ਪ੍ਰੇਮ ਪਾ ਲੈਂਦਾ ਹੈ। ਕਿਉਂਕਿ ਬੇਸ਼ੱਕ ਇਸ ਦੁਨੀਆ ਵਿੱਚ ਜਾਂ ਇਸ ਮਰਨ ਤੋਂ ਬਾਅਦ ਵੀ ਉਸ ਦੇ ਨਾਲ ਪਿਆਰ ਪਾਉਣ ਤੋਂ ਇਲਾਵਾ, ਉਸ ਪਰਮਾਤਮਾ ਵਾਹਿਗੁਰੂ ਨਾਲ ਪਿਆਰ ਪਾਉਣ ਤੋਂ ਇਲਾਵਾ ਹੋਰ ਕੋਈ ਚੀਜ਼ ਵੀ ਸਾਡੇ ਕੰਮ ਨਹੀਂ ਆਉਣੀ ਹੈ। ਸੋ ਗੁਰੂ ਸਾਹਿਬ ਇੱਥੇ ਦੱਸ ਰਹੇ ਹਨ, ਜੋ ਪਹਿਲੇ ਵੀ ਹਰ ਟਾਈਮ 'ਤੇ ਬਹੁਤ ਵਾਰੀ ਦੱਸਦੇ ਰਹਿੰਦੇ ਹਨ, ਕਿ ਅਸੀਂ ਜਿਹੜੀਆਂ ਨਾਸ਼ਵੰਤ ਚੀਜ਼ਾਂ ਨੇ, ਮਟੀਰੀਅਲਿਸਟਿਕ ਚੀਜ਼ਾਂ ਨੇ, ਉਹਨਾਂ ਦੇ ਪਿੱਛੇ ਪਏ ਹੁੰਦੇ ਹਾਂ, ਉਹ ਸਾਡੇ ਕਿਧਰੇ ਵੀ ਕੰਮ ਨਹੀਂ ਆਉਣੀਆਂ ਹਨ। ਸਿਰਫ ਅਤੇ ਸਿਰਫ ਉਸ ਪਰਮਾਤਮਾ ਨੂੰ ਜਿਹੜਾ ਤੁਹਾਨੂੰ ਦਿਖਾਈ ਨਹੀਂ ਦਿੰਦਾ ਹੈ, ਜਿਹਨੂੰ ਤੁਸੀਂ ਐਜ਼ ਇਟ ਇਜ਼ ਸਮਝ ਨਹੀਂ ਪਾ ਸਕਦੇ ਹੋ, ਉਸ ਦੇ ਨਾਲ ਹੀ ਪਿਆਰ ਪਾਓ। ਉਸ ਦੇ ਨਾਲ ਹੀ ਪਿਆਰ ਪਾਓਗੇ, ਉਸ ਦੇ ਹੀ ਗੁਣ ਗਾਓਗੇ, ਤਾਂ ਉਹ ਹੌਲੀ ਹੌਲੀ ਤੁਹਾਨੂੰ ਆਪਣੇ ਅੰਦਰ ਹੀ ਤੁਸੀਂ ਉਹਨੂੰ ਸਮਝਣਾ ਚਾਲੂ ਕਰ ਲਓਗੇ ਔਰ ਉਸ ਨੂੰ ਦੇ ਨਾਲ ਮਿਲ ਲਓਗੇ। ਜਿਨ ਤੂੰ ਬੰਦ ਕਰ ਛੋੜਿਆ ਫੁਨ ਸੁਖ ਮਹਿ ਪਾਇਆ, ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ। ਜਿਨ ਤੂੰ ਬੰਦ ਕਰ ਛੋੜਿਆ ਫੁਨ ਸੁਖ ਮਹਿ ਪਾਇਆ। ਜਿਹਨੂੰ ਵੀ ਤੂੰ ਜੀਵਾਤਮਾਵਾਂ ਨੂੰ, ਜੀਵਾਂ ਨੂੰ ਤੂੰ ਬੰਨਿਆ ਹੋਇਆ ਸੀ, ਪਹਿਲੇ ਮਾਂ ਦੇ ਪੇਟ ਦੇ ਅੰਦਰ ਤੁਸੀਂ ਬੰਨਿਆ ਹੋਇਆ ਸੀ, ਉਹਨੂੰ ਤੁਸੀਂ ਛੱਡ ਦਿੱਤਾ ਕਿ ਉਹ ਦੀਨ ਦੁਨੀਆ ਦੇ ਵਿੱਚ ਸੁੱਖ ਪਾ ਲਏ। ਉਸ ਪਰਮਾਤਮਾ ਨੂੰ ਜਿਹਦੇ ਚਰਨ ਸੋਹਣੇ ਫੁੱਲ ਵਰਗੇ ਹਨ, ਕੌਲ ਫੁੱਲ ਵਰਗੇ ਹਨ, ਉਸ ਨੂੰ ਹਮੇਸ਼ਾ ਤੂੰ ਯਾਦ ਰੱਖ, ਕਿਉਂਕਿ ਉਸ ਨੂੰ ਯਾਦ ਕਰਨ ਨਾਲ, ਸਿਮਰਨ ਨਾਲ ਹੀ ਤੇਰੇ ਹਿਰਦੇ ਦੇ ਅੰਦਰ ਸੁਖ ਔਰ ਸ਼ਾਂਤੀ ਮਿਲੇਗੀ। ਰੇ ਪ੍ਰਾਣੀ ਉਸਨ ਸੀਤ ਕਰਤਾ, ਕਰੇ ਕਾਮ ਤੇ ਕਾਢੇ, ਕੀਰੀ ਤੇ ਹਸਤੀ ਕਰੇ ਟੂਟਾ ਲੈ ਗਾਢੇ। हे ਪ੍ਰਾਣੀ, हे ਜੀਵ ਇਸਤਰੀਏ, ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ। ਉਹੀ ਜਿਹੜਾ ਹੈ ਤੇਰੇ ਹਿਰਦੇ ਨੂੰ ਠੰਡ ਪਹੁੰਚਾਵੇਗਾ। ਤੈਨੂੰ ਕਿਧਰੇ ਮੁਸ਼ਕਿਲ ਵਿੱਚ ਫਸੇ ਹੋਏ ਨੂੰ, ਖੂਹ ਦੇ ਵਿੱਚ ਫਸੇ ਹੋਏ ਨੂੰ ਤੈਨੂੰ ਬਾਹਰ ਕੱਢਣ ਵਾਲਾ ਵੀ ਉਹ ਹੀ ਹੈ। ਉਹ ਇੱਕ ਕੀੜੀ ਵਰਗੀ ਚੀਜ਼ ਨੂੰ ਹਾਥੀ ਵਰਗੀ ਮਨ ਦੀ ਤਾਕਤ ਦੇ ਦਿੰਦਾ ਹੈ,
ਔਰ ਉਹ ਟੁੱਟਿਆਂ ਹੋਇਆਂ ਨੂੰ ਜਿਹੜੇ ਕਿ ਬਿਲਕੁਲ ਦੁਖੀ ਹੋ ਕੇ ਪਰੇਸ਼ਾਨ ਹੋ ਗਏ ਹੋਏ ਸਨ, ਉਹਨਾਂ ਨੂੰ ਵੀ ਦੁਬਾਰਾ ਤੋਂ ਆਪਣੇ ਨਾਲ ਜੋੜ ਲੈਂਦਾ ਹੈ। ਅੰਡਜ ਜੇਰਜ ਸੇਤਜ ਉਤਪੁਜ ਪ੍ਰਭ ਕੀ ਇਹ ਕਿਰਤ, ਕਿਰਤ ਕਮਾਉਣ ਸਰਬ ਫਲ ਰਵੀਏ ਹਰ ਨਿਰਤ। ਇਹ ਪ੍ਰਭੂ ਪਰਮੇਸ਼ਵਰ ਨੇ ਹੀ ਸਾਰੀ ਕੰਮ ਕੀਤਾ ਹੋਇਆ ਹੈ, ਸਾਰਾ ਇਹ ਵਿਸਥਾਰ ਕੀਤਾ ਹੋਇਆ ਹੈ। ਅੰਡਿਆਂ ਤੋਂ ਜਿਹੜੇ ਪੰਛੀ ਵਗੈਰਾ ਪੈਦਾ ਹੁੰਦੇ ਹਨ, ਜੇਰਜ ਤੋਂ ਜਿਹੜੇ ਜੀਵ ਔਰ ਇਨਸਾਨ ਪੈਦਾ ਹੁੰਦੇ ਹਨ, ਸੇਤਜ ਮੁੜਕੇ ਤੋਂ ਪਸੀਨੇ ਤੋਂ ਜਿਹੜੇ ਜੂਆਂ ਔਰ ਹੋਰ ਇਹੋ ਜਿਹੇ ਜਰਮਸ ਪੈਦਾ ਹੁੰਦੇ ਹਨ, ਉਤਪੁਜਾ ਜਿਹੜੇ ਕਿ ਧਰਤੀ ਤੋਂ ਬਨਸਪਤੀ ਜਿਹੜਾ ਪੈਦਾ ਹੁੰਦੀ ਹੈ, ਇਹ ਸਾਰੀ ਦੀ ਸਾਰੀ ਪਰਮਾਤਮਾ ਦੀ ਹੀ ਬਣਾਈ ਹੋਈ ਹੈ। ਕਿਰਤ ਕਮਾਉਣ ਸਰਬ ਫਲ ਰਵੀਏ ਹਰ ਨਿਰਤ। ਉਹ ਜਿਹੜਾ ਪਰਮਾਤਮਾ ਹੈ ਜਿਸ ਨੇ ਇਹ ਸਭ ਕੁਝ ਬਣਾਇਆ ਹੈ, ਉਸ ਨੂੰ ਹਰ ਟਾਈਮ ਦੇ ਉੱਤੇ ਉਹਨੂੰ ਯਾਦ ਕਰਦੇ ਰਹੋ ਔਰ ਉਹਦੇ ਰੰਗ ਦੇ ਵਿੱਚ ਹੀ ਖੁੱਬੇ ਰਹਿਣਾ ਹੀ ਸਾਡੇ ਵਾਸਤੇ ਸਭ ਤੋਂ ਉੱਚਾ ਫਲ ਹੈ। ਉਸ ਦੇ ਰੰਗ ਦੇ ਵਿੱਚ ਹੀ ਰੰਗੇ ਰਹਿਣਾ ਹੀ ਸਾਡੇ ਵਾਸਤੇ ਸਭ ਤੋਂ ਉੱਚਾ ਫਲ ਹੈ। ਹਮ ਤੇ ਕਛੂ ਨਾ ਹੋਵ ਨਾ ਸਰਨ ਪ੍ਰਭ ਸਾਧ, ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਨਾਨਕ ਕਹਿ ਰਹੇ ਹਨ ਕਿ ਮੈਂ ਮੋਹ ਮਾਇਆ ਦੇ ਔਰ ਅਹੰਕਾਰ ਦੇ ਡੂੰਘੇ ਹਨੇਰੇ ਖੂਹ ਦੇ ਵਿੱਚ ਗਿਰਿਆ ਹੋਇਆ ਹਾਂ। ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ ਹੈ। ਹੇ ਪ੍ਰਭੂ, ਮੈਂ ਤੇਰੀ ਸੇਵਾ ਵਿੱਚ, ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਮੈਨੂੰ ਇਸ ਖੂਹ ਵਿੱਚੋਂ ਕੱਢ ਲੈ। ਮਤਲਬ ਕਿ ਮੈਨੂੰ ਜਿਹੜੇ ਮੇਰੇ ਮਨ ਦੀ ਹੀ ਬਣਾਏ ਹੋਏ ਮੋਹ ਮਾਇਆ ਦਾ ਜਾਲ ਹੈ ਜਾਂ ਅਹੰਕਾਰ ਹੈ, ਇਸ ਹਨੇਰੇ ਵਿੱਚੋਂ ਮੈਨੂੰ ਕੱਢ ਲੈ। ਇਹ 60 ਨੰਬਰ ਸ਼ਬਦ ਸੀ ਜੀ। ਅੱਜ ਲਈ ਇੰਨਾ ਹੀ। ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।